ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅੱਜ ਜਿਹੜੀ ਗੱਲ ਕਰਨਾ ਚਾਹੁੰਦਾ ਨਾ ਮੈਂ, ਉਹ ਇਹ ਕਿ ਜਿਹੜਾ ਮੌਜੂਦਾ ਹਾਲਾਤ ਪੰਜਾਬ ਦੇ ਵਿੱਚ ਚੱਲ ਰਹੇ ਨੇ 4-5 ਮਾਹ ਤੋਂ, ਉਹ ਕਿਹੜੇ ਚੱਲ ਰਹੇ ਨੇ ਕਿ ਤਕਰੀਬਨ ਨਕਸ਼ ਅਮਨ ਜਿਹੜਾ ਹੈ ਨਾ, ਜਿਹੜਾ ਹੈ ਉਹ ਅਮਨ ਕਾਇਮ ਹੋ ਚੁੱਕਾ ਹੈ। ਇਸ ਹੱਦ ਤੱਕ ਕਿ ਜਿਵੇਂ ਅੱਗੇ ਬੰਦਾ ਖੈਫ ਆ ਨਾ ਕਿ ਕੋਈ ਘਰੋਂ ਬਾਹਰ ਨਿਕਲਿਆ ਤੇ ਇਹ ਕੋਈ ਨਾ ਹੁੰਦੀ ਬਖੈਰੀ ਹਟਸਾਂ ਜਾਂ ਨਾ ਹਟਸਾਂ, ਉਹਦੇ ਵਿੱਚ ਇਹ ਕੋਈ ਮਜ਼ਹਬੀ ਰੋਲੇ ਨਾ ਤਨਜ਼ੀਮੀ ਨਾ ਕਿ ਬਦਮਾਸ਼ੀ ਇਸ ਲੈਵਲ ਤੇ ਹੋ ਗਈ ਹੈ, ਇਸ ਲੈਵਲ ਤੇ ਇਸ਼ਤਿਹਾਰੀ ਹੋ ਗਏ। ਮਤਲਬ ਇਹ ਕਿ ਬੇਲਗਾਮ ਉਹ ਇਸ ਤਰ੍ਹਾਂ ਹੋਏ ਨੇ ਕਿ ਇਹ ਪਿਛਲੇ 4 ਸਾਲਾਂ ਦੇ ਵਿੱਚ ਕਿ ਰਾਤ ਨੂੰ ਆਉਣਾ ਡਾਕੇ ਮਾਰਨੇ, ਦਿਨ ਨੂੰ ਬੈਂਕ 'ਚ ਕੋਈ ਪੈਸੇ ਕਢਾ ਕੇ ਜਾ ਰਿਹਾ ਤਾਂ ਸਾਵਾਂ ਰੜੇ ਤੇ ਸੜਕ ਦੇ ਉੱਤੇ ਡੱਕ ਲੈਣਾ ਬੰਦੇ ਨੂੰ, ਉਹ ਤੋਂ ਪੈਸੇ ਲੈ ਲੈਣੇ, ਜੇ ਹਲਿਆ ਤਾਂ ਫੇਰ ਮਰਿੰਦ ਤੇ ਲੱਗ ਗਿਆ। ਕਈ ਮਤਲਬ ਇਹ ਸ਼ਾਮ ਵੇਲੇ ਐਸੇ ਵਾਕਿਆਤ ਹੋਣ ਕਿ ਬੰਦਿਆਂ ਦੇ ਵੇਦਿਆਂ ਉਹਨਾਂ ਇਹ ਹਰ ਸ਼ਹਿਰ ਦੇ ਵਿੱਚ ਫੇਰ ਕਰਕੇ ਬੰਦੇ ਮਾਰ ਦਿੱਤੇ। ਉਹਨਾਂ ਦੇ ਕੋਲ ਜਿਹੜੀ ਸ਼ਾਏ ਪੈਸਾ ਹੈ ਜ਼ੇਵਰ ਹੈ ਕਾਇ ਮੁਖਬਰੀਆਂ ਨੇ ਉਹ ਹੀ ਮਾਰ ਦਿੱਤੇ ਨੇ। ਉਸ ਤੋਂ ਅੱਗਾ ਨਾਲ ਕਿਰਾਏ ਦੇ ਕਾਤਲ ਵੱਧ ਗਏ ਇਹ ਪ੍ਰਾਈਵੇਟ ਸਤਰ 'ਤੇ ਕਿ ਉਹਨਾਂ ਹਰ ਇੱਕ ਤੋਂ ਪੈਸੇ ਪੂਸੇ ਲੈ ਕੇ ਤੇ ਬੰਦੇ ਮਾਰਨੇ ਤੇ ਮੁੜ ਸਰੇਆਮ ਇਸ਼ਤਿਹਾਰੀ ਵਧੇ ਕਈ ਗਿਰੋਹ ਜਿਨ੍ਹਾਂ ਦੇ ਮੁਖਤਲਿਫ ਨਾਂ ਹਨ। ਅੱਛਾ, ਗੱਲ ਇਹ ਵੇ ਭਾਈ ਸਭ ਤੋਂ ਵੱਡਾ ਜਿਹੜਾ ਹਕੂਮਤਾਂ ਬਣਾਉਣ ਦਾ ਇਹ ਬਣਿਆ ਨਾ ਸਿਲਸਿਲਾ, ਉਹ ਇਸ ਤੋਂ ਬਣਿਆ ਕਿ ਹਰ ਜਿਹੜਾ ਬੰਦਾ ਹੈ ਸ਼ੋਦਾ ਕਮਜ਼ੋਰ ਜਾਂ ਸ਼ਰੀਫ ਹੈ, ਉਹ ਬੰਦਾ ਆਪਣਾ ਦਿਫਾ ਨਹੀਂ ਕਰ ਸਕਦਾ ਵੀ ਇੱਕ ਐਸੀ ਕੂਵਤ ਹੋਣੀ ਚਾਹੀਦੀ ਹੈ ਜਿਹੜੀ ਕਿ ਸਾਨੂੰ ਸਾਡੇ ਜਾਨ ਮਾਲ ਦੀ ਜ਼ਮਾਨਤ ਚਾਹੇ ਵੀ ਕਿਸੇ ਹੱਦ ਤੱਕ ਤਹਫੁਜ਼ ਹੋਵੇ। ਉਹ ਬਹੁਤ ਅਰਸੇ ਤੋਂ ਬਾਅਦ, ਹਾਲਾਂਕਿ ਹੁਣ ਬੰਦੇ ਇਹ ਆਦੇ ਹਨ ਵੀ ਜਿਹੜੇ ਮੌਜੂਦਾ ਹਾਲਾਤ ਹਨ, ਜਿਵੇਂ ਆਬਾਦੀਆਂ ਵੱਧ ਗਈਆਂ, ਜਿਵੇਂ ਸ਼ੋਰ ਹੋ ਗਿਆ ਦੁਨੀਆ ਦੇ ਵਿੱਚ, ਇਸ ਵਕਤ ਕੰਟਰੋਲ ਕਰਨਾ ਬੜਾ ਔਖਾ ਹੈ। ਲੇਕਿਨ ਇਹ ਪਹਿਲਾ ਵਾਕਿਆ ਹੈ ਕਿ ਇਹਨਾਂ 4-5 ਮਾਹ ਦੇ ਵਿੱਚ ਹਰ ਮੁਖਾਲਿਫ ਮਵਾਫਿਕ ਨੂੰ ਮੰਨਣਾ ਪੈਂਦਾ ਹੈ। ਅਸਲ ਤਾਂ ਵੀ ਇਹ ਕਿ ਇਨਸਾਨ ਇੱਕ ਗੱਲ ਨੂੰ ਜਿਹੜੀ ਕਈ ਦੀ ਚੰਗੀ ਉਹਨੂੰ ਮੰਨਣਾ ਚਾਹੀਦਾ, ਜਿਹੜੀ ਬੁਰੀ ਹੈ ਉਸ ਤੋਂ ਅਵੋਇਡ ਕਰੋ ਕਿ ਇਹ ਗੱਲ ਵਾਕਿਆ ਹੈ। ਅੱਛਾ, ਜਿਹੜੇ ਬੰਦੇ 4-4 5-5 ਕਤਲ ਕੀਤੀ ਵਦੇ, 10-10 ਕਤਲ ਕੀਤੀ ਵਦੇ, ਸਾਰੇ ਆਮ ਕੀਤੀ ਵਦੇ, ਕੋਈ ਉਹ ਆਪਾਂ ਨਹੀਂ ਇਹਨਾਂ ਡਾਕਿਆਂ ਦੇ ਵਿੱਚ ਅਖੀਰ ਕੀਤਾ ਇਸ਼ਤਿਹਾਰੀ ਹੈ, ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਨਹੀਂ ਕਰ ਰਹੇ ਮੁੱਦਾਂ ਤੋਂ। ਅੱਛਾ, ਉਜਰਤੀ ਕਾਤਲ ਬਣੇ ਗਏ ਉਹਨਾਂ ਦੇ ਆਖਣ ਤੇ, ਮਤਲਬ ਵੱਡੇ ਸ਼ਹਿਰ ਹੈ ਲਾਹੌਰ ਇਸਲਾਮਾਬਾਦ, ਉੱਥੇ ਕਈ ਹਨ ਐਸੇ ਮਤਲਬ ਜਿਹੜੇ ਡਾਕੂਆਂ ਦੇ ਸਰਪ੍ਰਸਤ ਵੀ ਇਹਨਾਂ ਇਸ਼ਤਿਹਾਰੀਆਂ ਦੇ ਬਦਮਾਸ਼ਾਂ ਦੇ ਕਾਤਲਾਂ ਦੇ, ਉਹ ਬੜੇ ਮੁਅੱਜ਼ਿਜ਼ੀਨ ਔਰ ਉਹਨਾਂ ਦੇ ਵਿੱਚ ਹੁਣ ਨਾਂ ਜੋ ਲਵੀ ਵੇ ਐਸੇ ਬੰਦੇ ਵੀ ਆਣ ਕੇ ਜਿਹੜੇ ਆਪਣਾ ਬਹੁਤ ਵੱਡੇ ਸਿਆਸਤਦਾਨਾਂ ਦੇ ਉਹ ਮਾਂ ਮੋਢਾ ਬਣੇ ਹੋਏ ਹਨ, ਉਹਨਾਂ ਦੇ ਬੜੇ ਦੋਸਤ ਬਣੇ ਹੋਏ ਹਨ। ਯਾਨੀ ਉਹਨਾਂ ਨੂੰ ਤਹਫੁਜ਼ ਆ, ਇਸ ਤਰ੍ਹਾਂ ਪੁਲਿਸ ਵੀ ਹੱਥ ਨਾ ਕਰ ਸਕਦੀ ਆਮ ਤੌਰ 'ਤੇ। ਅਤੇ ਜੇ ਖਿਚਾਓ ਨਾ ਹੋਵੇ ਤਾਂ ਲਾਜ਼ਮੀ ਗੱਲ ਹੈ ਉਤੋਂ ਡੀਲ ਹੋਵੇ ਤਾਂ ਇਦਾਰਿਆਂ ਨੂੰ ਕਿਹੜੀ ਜ਼ਰੂਰਤ ਇਤਨਾ ਮੁਤਹਰਕ ਹੋਣ ਦੀ ਕੁਝ। ਅੱਛਾ, ਇਸ ਹੱਦ ਤੱਕ ਜ਼ਾਲਮਾਨਾ ਮਤਲਬ ਫੇਲ ਰਿਕਾਰਡ ਤੇ ਹਨ ਕਿ ਰਾਤ ਨੂੰ ਡਾਕੇ ਮਾਰੇ ਗਏ, ਘਰਾਂ ਦੇ ਵਿੱਚ ਦਾਖਲ ਹੋਏ, ਇਹ ਇਸ਼ਤਿਹਾਰੀ ਇਹ ਡਾਕੂ ਜਿਹੜੇ ਮਰਿੰਦੇ ਰਹਿੰਦੇ ਨੇ ਮੁਕਾਬਲਿਆਂ ਦੇ ਵਿੱਚ। ਅਤੇ ਮੁੜ ਉਹਨਾਂ ਇਹ ਕਿ ਹਰ ਸ਼ਾਹ ਲੁੱਟ ਵੀ ਲਈਏ ਅਤੇ ਬੰਦਿਆਂ ਨੂੰ ਬੰਨ੍ਹ ਕੇ ਉਹਨਾਂ ਦੇ ਕੋਲ ਉਹਨਾਂ ਦੀ ਧੀਆਂ ਭੈਣਾਂ ਦੀ ਇੱਜ਼ਤ ਵੀ ਲੁੱਟੀ ਨੇ। ਇਹ ਰਿਕਾਰਡ ਤੇ ਹੈ ਜਾਂ ਨਹੀਂ? ਅੱਛਾ, ਅਤੇ ਉਸ ਤੋਂ ਬਾਅਦ ਮੁੜ ਉਹ ਗੈਰਤਮੰਦ ਅਤੇ ਦਿਆਨਤਦਾਰ ਇਹ ਕੁਝ ਹਨ ਕਿ ਇਹ ਵੀ ਗੱਲਾਂ ਸਾਡੇ ਕੋਲ ਸਬੂਤ ਦੇ ਤੌਰ 'ਤੇ ਹਨ ਕਿ ਮੁੜ ਉਹਨਾਂ ਦੀ ਜੇ ਸਾਲਣ ਪਿਆ ਨਾ ਜਾਂ ਹਾਂਡੀ ਤੂੰ ਨਾ ਉਹ ਹੀ ਖਾ ਲਈਏ, ਕੋਈ ਰੋਟੀ ਸ਼ੋਟੀ ਪਈ ਤੇ ਖਾਂਦੇ ਤੇ ਮੁੱਛਾਂ ਤੇ ਹੱਥ ਪਾ ਲੈਂਦੇ ਤੇ ਉਹ ਸਾਹ ਬਾਹਰ ਵਗੇ ਪਏ। ਅੱਛਾ, ਜਿਸ ਵੇਲੇ ਇਹ ਹੁਣ CCD ਬਣਾਈ ਗਈ ਹੈ, ਉਹਨਾਂ ਦੇ ਨਾਲ ਮੁਕਾਬਲੇ ਉਹਨਾਂ ਕੀਤੇ ਪੁਲਿਸ ਦੇ ਵੀ ਨੁਕਸਾਨ ਹੋਏ, ਅਕਸਰ ਹੈ ਮੁਕਾਬਲਿਆਂ ਦੇ ਵਿੱਚ ਵਿਚਾਰੇ ਸ਼ਹੀਦ ਹੋ ਜਾਂਦੇ ਨੇ, ਪੁਲਿਸ ਵਾਲੇ ਜ਼ਖਮੀ ਹੋ ਜਾਂਦੇ ਨੇ। ਅੱਛਾ, ਉਹ ਮਾਰੇ ਗਏ, ਚਲੋ ਕੁਝ ਦਾ ਕਿਵੇਂ ਉਂਝ ਦੂਏ ਹਿਸਾਬ ਵਿੱਚ ਲੱਗੇ ਗਏ ਤਾਂ ਹੁਣ ਉਹਨਾਂ ਦੇ ਅਕਸਰ ਮੈਂ ਡਿੱਠਾ ਵਿਲਾਗਰ ਹਨ ਉਹ ਮਾਵਰਾਏ ਅਦਾਲਤ ਕਤਲ ਹੋ ਰਹੇ ਨੇ ਜੀ। ਅੱਛਾ, ਕੋਈ ਹਿੱਕੜ ਦੁੱਕੜ ਬੰਦਾ ਜੇ ਪਬਲਿਕ ਵਾਲੀ ਕਿਦਾਈ ਦੁਕਾਨਾਂ 'ਤੇ ਕਿਦਾਈ ਦਫ਼ਤਰਾਂ ਕਿਦਾਈ ਬੈਠੇ ਹੋਏ ਗੱਲ ਕਰਦਾ ਜਾਂ ਚੈਂਬਰਾਂ 'ਤੇ ਅਸਾਂ ਗਰਾਸ ਰੂਟ ਬੰਦੇ ਕੁਰਬਾਨ ਦੇ ਉਠੀਂਦੇ ਆ, ਦੂਈ ਵਾਰੀ ਉਹਨੂੰ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਕਈ ਮੁਖਾਲਫਤ ਦੀ ਬੁਨਿਆਦ 'ਤੇ ਉਹ ਕਰਦਾ ਹੀ ਹੈ। ਤਾਂ ਕਿ ਇਸ ਮਾਮਲੇ 'ਤੇ ਬੜੇ ਯਾਨੀ ਕਿ ਜਿਹੜੇ ਸਿਆਸੀ ਤੌਰ 'ਤੇ ਅਪੋਜ਼ਿਟ ਹਨ ਇੱਕ ਦੂਏ ਦੇ, ਯਾਨੀ ਉਹ ਇਸ ਗੱਲ ਨੂੰ ਸਰਾਹੁੰਦੇ ਨੇ ਕਿ ਜਿੱਥੋਂ ਤੱਕ ਤਾਲੁਕ ਹੈ ਸੂਬਾਈ ਹਕੂਮਤ ਦਾ ਪੰਜਾਬ ਦਾ, ਇਹਨਾਂ ਬਈ ਇਹ ਅਖੀਰ ਕਰ ਦਿੱਤਾ ਹੈ, ਜਿਸ ਤੱਕ ਅਮਨ ਦਾ ਮਾਮਲਾ ਉਹ ਕਾਇਮ ਕੀਤਾ ਨੇ। ਇੱਕ ਖੌਫ ਡਾਕੂਆਂ ਚੋਰਾਂ ਇਸ਼ਤਿਹਾਰੀ ਬਦਮਾਸ਼ਾਂ ਕਾਤਲਾਂ 'ਚ ਅਤੇ ਤਾਰੀ ਹੋ ਗਿਆ ਅਤੇ ਤਕਰੀਬਨ ਜਿਹੜਾ ਹੈ ਨਾ ਹੁਣ ਤਹਫੁਜ਼ ਅਹਿਸਾਸ ਤਹਫੁਜ਼ ਜ਼ਰੂਰ ਹੋ ਗਿਆ। ਔਰ ਉਸ ਤੋਂ ਹਟ ਕੇ ਬਾਦ ਔਕਾਤ ਹਨੇਰ ਦੇ
ਐਸੇ ਕਤਲਕਾਰ ਦੇ ਵੇਲੇ ਜਿਵੇਂ ਲਾਹੌਰ ਦੇ ਵਿੱਚ ਵਾਕਿਆ ਹੋਇਆ ਰੇਹੜੀਆਂ ਵਾਲੇ ਆਮ ਤੌਰ 'ਤੇ ਸਮਝਦੇ ਆ ਕਿ ਉਹ ਸ਼ਾਇਦ ਗਰੀਬੜੇ ਜਾਏ ਹੁੰਦੇ ਨੇ ਕੋਈ, ਜਿਹੜੀ ਇਹ ਹਰ ਚੀਜ਼ ਮਾਫੀਆ ਹੁੰਦੀ ਪੈਂਦੀ ਹੈ ਜਿਹਨਾਂ ਨਾਲ ਲਗਾਮ ਦਿੱਤੀ ਜਾਵੇ। ਉਹ ਨਾ ਸਿਰਫ 30 ਰੁਪਈਆਂ ਦੀ ਗੱਲ ਤੂੰ ਲਾਹੌਰ ਦੇ ਵਿੱਚ ਉਹ ਇੱਕ ਪੁਲ ਦੇ ਨਾਲ ਜਿੱਥੇ ਰੇਹੜੀ ਬਾਜ਼ਾਰ ਲੱਗੋ ਹੁੰਦਾ ਹਰ ਸ਼ਹਿਰਾਂ ਦੇ ਵਿੱਚ ਹੈ, ਔਰ ਉਹ ਤਰਤੀਬ ਤਾਂ ਠੀਕ ਹੈ, ਲੇਕਿਨ ਉਹ ਇਤਨੀ ਮਾਫੀਆ ਬਣ ਚੁੱਕੀ ਹੈ ਕਿ ਉਹਨਾਂ 30 ਰੁਪਏ ਦੇ ਬਗੈਰ ਉਸ ਆਖਿਆ ਮੈਂ ਨਹੀਂ ਲੈਂਦਾ, ਅਤੇ ਉਹਨਾਂ ਇੱਕ ਨੂੰ ਮਾਰ ਛੋੜਿਆ, ਦੂਆ ਬਿਰਾ ਵੀ ਛੋੜਾ ਛਲ ਹੋਇਆ ਪਿਆ, ਉਹਨੂੰ ਉਹ ਜੋਲੀ ਗੱਤੀ ਬੈਠਾ ਅਤੇ ਇੱਕ ਰੇਹੜੀ ਵਾਲਾ ਹੋਰ ਲਗਾਇਆ, ਮਾਸੂਮ ਰੇਹੜੀ ਵਾਲਾ, ਉਹ ਸਰੇਆਮ ਸ਼ੁਰੂ ਹੋ ਗਿਆ ਅਤੇ ਉਸ ਦਾ ਸਿਰ ਮਤਲਬ ਬਿਲਕੁਲ ਫੋੜ ਦਿੱਤਾ, ਉਠਾਏ ਮੌਕੇ 'ਤੇ ਮਰੀ ਗਏ। ਅੱਛਾ, ਉਹ ਮੁਕਾਬਲੇ ਦੇ ਵਿੱਚ ਮਾਰੇ ਗਏ। ਉਹਨਾਂ ਨੂੰ ਕਿਹਾ ਖੀਵੇ ਮਾਸੂਮ ਹੈ ਜੀ, ਨਾ ਉਹਨਾਂ ਗਰੀਬਾਂ ਅੱਲਾ ਰਾਸੀਆਂ ਨੂੰ ਰਾਹ ਪੈਂਦਿਆਂ ਨੂੰ ਸਿਰਫ ਇਸ ਗੱਲ ਤੂੰ ਕਿ ਇਤਨਾ ਉਹਨਾਂ ਦੇ ਖਬਾਸਤ ਅਤੇ ਫਿਰੌਨੀਆਂ ਅਤੇ ਰੇਹੜੀਆਂ ਲੈ ਭਈ ਇਹ 30 ਰੁਪਈਏ ਮੈਂ ਵਾਧੂ ਮੰਗੇ ਅਤੇ ਇਹ ਦੇਂਦਾ ਕਿਉਂ ਨਹੀਂ ਪਿਆ। ਗੱਲ ਇਹ ਮੁੜ ਦੂਈ ਰੇਹੜੀ 'ਤੇ ਕਿਉਂ ਲੱਗ ਗਿਆ ਸਮਾਨ ਲੈਣ। ਅੱਛਾ, ਇਸ ਹੱਦ ਤੱਕ ਹੈ। ਅੱਗੇ ਕਦੀ ਤਵੱਜੋ ਹੀ ਨਾ ਦਿੱਤੀ। ਮੌਜੂਦਾ IG ਸਾਹਿਬ ਜਿਹੜੇ ਹਨ ਉਹਦਾ ਹੀ ਹਰ ਕੋਈ ਮਮਨੂਨ ਹੈ, ਪੁਲਿਸ ਦਾ ਹੀ ਤਕਰੀਬਨ ਪੁਲਿਸ ਦੇ ਵਿੱਚ ਸਿਪਾਹੀਆਂ ਤੱਕ ਹਰ ਕਈ 'ਤੇ ਪਹੁੰਚੇ ਹਰ ਕੋਈ, ਲੇਕਿਨ ਹੁਣ ਉਹਨਾਂ ਦੇ ਕੋਈ ਮਾਮੇ ਚਾਚੇ ਸਾਲੇ ਬਣਦੇ ਆਪਣਾ ਵਿਲਾਗ ਕਰ ਰਹੇ, ਉਹ ਜੀ ਇਹ ਮਾਵਰਾਏ ਅਦਾਲਤ ਕਤਲ ਹੋ ਰਹੇ ਭਾਈ। ਤੁਹਾਨੂੰ ਹੋਰ ਤਕਲੀਫਾਂ ਹੋਰ ਦੁੱਖ ਹਨ ਤਾਂ ਉਸ ਮੌਜੂ 'ਤੇ ਗੱਲ ਕਰੋ ਪਬਲਿਕਲੀ, ਅਤੇ ਇਹ ਗੱਲ ਕਤਲ ਬੰਦੀ ਨਹੀਂ ਕਈ ਨੂੰ ਭਾਈ ਇਹੋ ਜਿਹੀ ਗੱਲ ਕੀਤੀ ਹੋਈ ਭਾਈ ਜਿਹੜੇ ਤੁਸੀਂ ਡਾਕੂਆਂ ਅਤੇ ਚੋਰਾਂ ਦੀ ਹੁਣ ਇਸ ਤਰ੍ਹਾਂ ਅੱਗੇ ਨਾ ਵਾਲੇ ਗੱਲ ਕਰੇ ਚੋਰੀ ਹੋਰ ਚਾਹੇ ਮਤਲਬ ਮੁੜ ਅਜੀਬ ਗਰੀਬ ਤਰੀਕੇ ਦੇ ਸੈਕੋ ਪਏ ਥੇ ਨੇ ਸਾਡੇ ਮਤਲਬ ਮੁਲਕ 'ਚ ਮੁੜ ਬੇਲਗਾਮੇ ਹੋ ਗਏ। ਅੱਛਾ, ਉਹਨਾਂ ਉਹ ਕੰਮ ਕੀਤੇ ਨੇ ਕਿ ਜਿਹੜੇ ਬੰਦਾ ਬਿਆਨ ਹੀ ਨਹੀਂ ਕਰ ਸਕਦਾ ਭਾਈ। ਇਸ ਹੱਦ ਤੱਕ ਹੈ ਰਿਕਾਰਡ 'ਤੇ ਗੱਲਾਂ ਭਾਈ 2-2 3-3 ਸਾਲ ਦੀਆਂ ਬੱਚੀਆਂ ਉਹਨਾਂ ਦੇ ਨਾਲ ਉਹਨਾਂ ਬੁਰਾ ਕਰਕੇ ਅਤੇ ਉਹਨਾਂ ਨੂੰ ਕਤਲ ਹੀ ਕਰ ਦਿੱਤਾ। ਅੱਛਾ, ਬੱਚਿਆਂ ਨੂੰ ਕਰ ਦਿੱਤਾ ਨਾ। ਇੱਕ ਦੋ ਵਾਕਿਆਤ ਹੁਣ ਹੋਏ ਬਹੁਤ ਦਿਨਾਂ ਤੋਂ ਬਾਅਦ। ਇੱਦਾਂ ਇਹ ਜੰਗ 'ਚ ਪਿਛਲੇ 2 ਦਿਨਾਂ 'ਚ ਪਰਚਾ ਹੀ ਦਿਵਾਇਆ ਸ਼ੁਦਾ 14 ਸਾਲ ਦੇ ਬੱਚੇ ਨੂੰ ਲੈ ਗਏ ਤੇ ਮਤਲਬ ਚਲੋ, ਲੇਕਿਨ ਹਰ ਇੱਕ ਦਾ ਤੇ ਹਾਲੇ ਤੱਕ ਇਹ ਕੰਮ ਹੁੰਦਾ ਕੋਈ ਨਹੀਂ ਭਾਈ ਕੋਈ ਮੁਕਾਬਲੇ ਚੰਦ ਪੈਂਦੇ ਕੁਝ। ਲੇਕਿਨ ਅਸਾਂ ਇਹ ਧਿਆਨ ਹੈ ਵੀ ਜਿਹੜੀ ਇਹ ਤਹਿਰੀਕ ਚਲਾ ਦਿੱਤੀ ਹੈ ਨਾ ਇਹਨਾਂ ਤੋਂ ਇਹ ਪੁੱਛਿਆ ਜਾਵੇ, ਬਲਕਿ ਇਹਨਾਂ ਦੇ ਖਿਲਾਫ ਹੀ ਕੋਈ ਇਹ ਐਕਸ਼ਨ ਲਿਆ ਜਾਵੇ ਵੀ ਜਿਹੜਾ ਇਹ ਮੁੜ ਬੁਰਾਈ ਨੂੰ ਫੈਲਾਉਣ ਵਾਸਤੇ ਨਾ ਉਸ ਨੂੰ ਤਰਗੀਬ ਦੇ ਰਹੇ। ਇਹ ਕੰਮ ਬੰਦ ਹੋਣਾ ਚਾਹੀਦਾ। ਡਾਕੂਆਂ ਦਾ, ਚੋਰਾਂ ਦਾ, ਇਸ਼ਤਿਹਾਰੀਆਂ ਦਾ, ਕਾਤਲਾਂ ਦਾ ਇੱਥੇ ਕੋਈ ਜਾ ਨਹੀਂ। ਮੌਜੂਦਾ ਹਕੂਮਤ ਤੇ ਇੱਥੇ ਅਸਾਂ ਹਰ ਕੋਈ ਐਪਰੀਸ਼ੀਏਟ ਕਰਨੇ ਖਾ ਜਿਸ ਪਾਰਟੀ ਨਾਲ ਕਹਿੰਦਾ ਤਾਲੁਕ ਹੈ ਕਿ ਇਹ ਜਿਹੜਾ ਸਿਲਸਿਲਾ ਇਹ ਜਾਰੀ ਰਹਿਣਾ ਚਾਹੀਦਾ ਹੈ। ਔਰ ਇਹ ਹੈ ਕਿ ਹਾਂ ਇਹ ਕਰੇ ਕੋਈ ਇਹ ਇਤਰਾਜ਼ ਕਰ ਸਕਦਾ ਪਰ ਕਿਸੇ ਨੂੰ ਕਈ ਪੈਸੇ ਦੇ ਕੇ ਵਡੇਰੇ ਬੰਦੇ ਮਰਾ ਛੋੜਿਆ ਇਸ ਆਪਣਾ ਆੜ ਦੇ ਵਿੱਚ ਕਤਲ ਐਸਾ ਕੋਈ ਸਬੂਤ ਨਹੀਂ। ਜੋ ਮਾਰੇ ਗਏ ਗੈਂਗ ਮਾਰੇ ਗਏ, ਜੋ ਮਾਰੇ ਗਏ ਇਸ਼ਤਿਹਾਰੀ ਕਾਤਿਲ ਮਤਲਬ ਜਨਾਬਿਲ ਜਬਰ ਦੇ ਉਹ ਆਪਣਾ ਹਨ ਮੁਲਜ਼ਮ ਇਸ ਕਿਸਮ ਦੇ ਕਤਲ ਬੁਲੰਦ ਉੱਤੇ ਕਾਫੀ ਹਨ। ਅਤੇ ਇਹ ਮਿਹਰਬਾਨੀ ਕਰਕੇ ਅਤੇ ਹਕੂਮਤ ਇਸ ਦੀ ਤਰਫ ਤਵੱਜੋ ਦੇਵੇ ਕਿ ਇਹ ਗੱਲ ਅੱਗਾ ਚਲਦੀ ਇਹ ਇੱਕ ਬਹੁਤ ਬੜਾ ਸਕੈਂਡਲ ਇਹਨਾਂ ਬਣਾ ਰੱਖਿਆ ਹੈ। ਇੱਕ ਇਸ ਅਲਬਾਮਤ ਤੋਂ ਭਈ ਇਹ ਮੌਜੂਦਾ ਹਕੂਮਤ ਦੀ ਮਕਬੂਲੀਅਤ ਹੀ ਇਸ 'ਚ ਵੱਧ ਰਹੀ ਹੈ ਅਤੇ ਨਾਲੇ ਇਹ ਫਸਾਦ ਬਾਂਡੇ ਖਤਮ ਹੁੰਦਾ ਪਿਆ ਜਿਹੜਾ ਕਿ ਆਮ ਸ਼ਰੀਫ ਜਾਂ ਗਰੀਬ ਬੰਦਾ ਇਸ ਦਾ ਸ਼ਿਕਾਰ ਹੁੰਦਾ। ਹੋਰ ਕੋਈ ਵਡੇਰੇ ਆਦਮੀ ਤਾਂ ਉਹਨਾਂ ਦੇ ਕੋਲ ਤਾਂ ਸਿਕਿਉਰਟੀ ਦੇ ਇੰਤਜ਼ਾਮਾਤ ਤੇ ਸਭ ਕੁਝ ਹੈ। ਦੂਜੀ ਗੱਲ ਆਪਣਾ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਸੀਜ਼ ਫਾਇਰ ਹੋਇਆ ਨਾ ਆਪਣਾ ਅਫਗਾਨਿਸਤਾਨ ਅਤੇ ਪਾਕਿਸਤਾਨ ਦਾ ਅਸਲ ਸੱਚ ਚਾਹੇ ਠੀਕ ਹੈ, ਲੇਕਿਨ ਇੱਕ ਇਹ ਵੀ ਸਾਡੀ ਆਖਰੀ ਤੇ ਪਹਿਲੀ ਗੱਲ ਹੈ ਇਸ ਸੀਜ਼ ਫਾਇਰ ਨਾਲ ਕੋਈ ਨਹੀਂ ਅਮਨ ਹੋਣਾ। ਕਈ ਦਿਹਾੜੇ ਹੋ ਗਏ ਸੀ ਕਿਉਂਕਿ ਇਸ ਵਾਰੀ ਇਤਨਾ ਇੱਕ ਸਖਤੀ ਕੀਤੀ ਗਈ ਹੈ ਅਤੇ ਇਤਨਾ ਜਣਾਇਆ ਗਿਆ। ਹੁਣ ਅਹਿਸਾਸ ਹੈ ਪਹਿਲੀ ਵਾਰੀ ਹੋਇਆ ਅਫਗਾਨਿਸਤਾਨ ਨੂੰ ਭਈ ਇਹ ਨਿਰਾ ਬਣਾ ਕੇ ਰੱਖਣ ਪਾਕਿਸਤਾਨ ਨਾਲ ਨਹੀਂ ਠੀਕ। ਇਸ ਵਾਰੀ ਆ ਮਤਲਬ ਇਹ ਤਜਾਰਤ ਦਾ ਉਹਨਾਂ ਦਾ ਕੀ ਹਾਲ ਹੋ ਗਿਆ, ਡਰਾਈ ਫਰੂਟ ਦਾ ਕੀ ਹਾਲ ਹੋ ਗਿਆ ਜਿੱਥੇ ਹਜ਼ਾਰਾਂ ਮਤਲਬ ਲੱਖਾਂ ਟਰੱਕ ਰੁਕ ਗਏ ਹਨ। ਸਮਿੰਗਲਿੰਗ ਜਾਂ ਦੂਆ ਜਿਹੜਾ ਸਾਰਾ ਕੰਮ ਕਰਦੇ ਹਨ ਉਹ ਇੱਕ ਵਾਰੀ ਮਤਲਬ ਸਟਾਪ ਹੋ ਗਿਆ। ਜਿੱਥੋਂ ਤੱਕ ਅਮਨ ਦਾ ਤਾਲੁਕ ਹੈ ਕਿਤਨਾ ਹੋ ਗਿਆ ਹੁਣ ਮੁਲਕ ਸਾਡੇ ਦੇ ਵਿੱਚ, ਵਰਨਾ ਸ਼ਾਮ ਤੋਂ ਪਿੱਛੇ ਇਹ ਸਰਹੱਦ ਦੇ ਬਾਅਦ ਇਲਾਕੇ ਯਾਨੀ ਆਪਣਾ ਖੈਬਰ ਪਖਤੂਨਖਵਾ ਹੋ ਗਿਆ ਜਾਂ ਬਲੋਚਿਸਤਾਨ ਦੇ ਇਲਾਕੇ ਰੇਟੀ ਤਕਰੀਬਨ ਖਤਮ ਹੋਈ ਖਲੋਤੀ ਹੈ। ਔਰ ਇਹ ਜਿਹੜੀਆਂ ਉੱਥੋਂ ਦੀਆਂ ਮਕਾਮੀ ਸੂਬਾਈ ਹਕੂਮਤਾਂ ਕੁਝ ਖੌਫ ਤੋਂ ਡਰ ਤੋਂ ਅਤੇ ਕੁਝ ਸਿਆਸੀ ਇਖਤਲਾਫਾਤ ਤੋਂ ਉਹਨਾਂ ਨੂੰ ਹੱਥ ਨਹੀਂ ਕਰਤੇ। ਅੱਛਾ, ਇਹ ਦੱਸੋ
ਭਈ ਇੱਕ ਬੰਦਾ ਘਰ ਦਾ ਆਪਣਾ ਘਰ ਦੇ ਵਿੱਚ ਚੋਰੀ ਕਰਨਾ ਚਾਹੁੰਦਾ ਹੋਵੇ, ਡਾਕਾ ਮਾਰਨਾ ਚਾਹੁੰਦਾ ਹੋਵੇ, ਤੇ ਉਸ ਨੂੰ ਤਾਂ ਘਰ ਦੇ ਵਿੱਚ ਜਾ ਚਾਹੁੰਦੇ ਹੋ ਤੇ ਉਸ ਨੂੰ ਸਾਰਾ ਕੁਝ ਵਿਖਾ ਦਿਓ, ਉਸ ਹੋਰ ਕੀ ਕਰਨਾ। ਹੁਣ ਇਹ ਪਹਿਲੀ ਵਾਰੀ ਹੋਇਆ। ਹੁਣ ਇਸ ਲਈ ਕਿ 25 ਤੋਂ 30 ਪੋਸਟਾਂ ਜਿਹੜੀਆਂ ਉਹ ਸਾਡੀ ਫੌਜ ਨੇ, ਪਾਕਿਸਤਾਨੀ ਫੌਜ ਨੇ ਆਪਣੇ ਕੰਟਰੋਲ ਕਰ ਲਈਆਂ। ਅੱਛਾ, ਮੁੜ ਉਹ ਜਿਹੜਾ ਇੱਕ ਬਣੀ ਹੋਈ ਹੈ ਦਹਿਸ਼ਤ ਦੀ ਅਲਾਮਤ, ਬਲਕਿ ਆਮ ਤਸਵਰ ਇਹ ਹੁਣ ਹੋ ਗਿਆ ਬਈ ਇਹ ਇਹਨਾਂ ਇਲਾਕੇ ਸਮੇਂ ਤੇ ਮੀਆਂ ਹੁਣ ਸਾਧੂਆ ਸਰਹੱਦੀ ਪੈਂਦਾ ਪਿਆ। ਖੋਲ ਕੇ ਗੱਲ ਕਿਉਂ ਨਹੀਂ ਕਰਦੇ ਹਰ ਕੋਈ। ਅੱਛਾ, ਤੇ ਉਹ ਤਾਂ ਵਗ ਗਿਆ ਜੀ, ਉੱਥੇ ਡਾਇਰੈਕਟ ਹੀ ਖਤਮ ਹੋ ਗਈ ਹੈ। ਸਿਕਿਉਰਿਟੀ ਫੋਰਸਿਸ ਦੇ ਬੈਠੇ ਆ ਉਤੋਂ ਆ ਬੈਂਦੇ ਫਾਇਰ ਕਰਦੇ ਹੀ ਆ, ਸ਼ਹੀਦ ਕਰ ਬੈਂਦੇ ਮੁਲਾਜ਼ਮਾਂ ਨੂੰ ਹਰ ਕਹੀਂ। ਅੱਛਾ, ਤੇ ਹੁਣ ਉਹ ਕਿਤੇ ਗਏ? ਮਿੰਟ ਲੱਗਾ ਹੈ ਫੌਜ ਇੰਜ ਤੁਨਿਆ ਦੁਨੀਆ ਦੇ ਵਿੱਚ ਬਹਿਜੇ ਹੋ ਗਈ ਹੈ, ਤੇ ਉਹਨਾਂ ਸਾਰੇ ਕੰਢੂ ਫਾਇਰ ਚੱਲੇ ਹਨ ਤੇ ਮੋਜੇ ਵਾਲੇ ਦੌੜੇ ਦੁਨੀਆ ਦੀ ਠਾਹਾਂ ਅਹਿਸਾਸ ਇਹ ਹੋ ਗਿਆ ਨੇ। ਲੇਕਿਨ ਵਿੱਚ ਗੱਲ ਇੱਕ ਹੋਰ ਹੈ ਜਿਸ ਤੂੰ ਉਹ ਕਹਿ ਨਹੀਂ ਨਾ ਤੁਹਾਡਾ ਕੀੜੇ ਨਾ ਕੋਈ BLA ਨਾ TTP। ਉਹਦੀ ਵਜ੍ਹਾ ਹੈ ਕਿ ਇਹ ਇਤਨੀ ਮਜ਼ਬੂਤ ਕੋਈ ਨਹੀਂ ਹੈ ਆਪਣਾ ਤਾਲਿਬਾਨ ਹਕੂਮਤ ਨਾਲੇ ਉਹਨਾਂ ਦਾ ਅਸਕਰੀ ਹਾਲ ਵੇਖ ਵੀ ਲਿਆ ਸੀ। ਉਹ ਇਸ ਗੱਲ ਤੋਂ ਖੌਫ ਜ਼ਿਆਦਾ ਰਹਿਣਾ ਕਿਉਂਕਿ ਉਹਨਾਂ ਤੋਂ ਆਵਾਜ਼ ਗਾਹ ਬਣਾਈ ਰੱਖੀਏ ਨਾ ਉਹਨਾਂ ਨੂੰ ਇਸ ਗੱਲ ਨਾਲ ਹੈ ਬਈ ਅਫਗਾਨ ਕੌਮ ਨੂੰ ਕੋਈ ਜਗ੍ਹਾ ਲੈ ਕੇ ਟੁਰੀਏ। ਬਲਕਿ ਅੱਜ ਹੀ ਉਹ ਜਿਹੜੇ ਲੜਕੀਆਂ ਦੇ ਸਕੂਲ ਢਹਿੰਦੇ ਵਧੇ ਹੁੰਦੇ ਤੇ ਉਹਨਾਂ ਨੂੰ ਫੈਰ ਮਾਰਨ ਦੇ ਵਧੇ ਹੁੰਦੇ ਆ ਔਰਤ ਕਿਉਂ ਬਾਹਰ ਨਿਕਲੀ ਉਹਦਾ ਮੁਤਬਾਦਲ ਹਾਲ ਕੋਈ ਨਹੀਂ ਨੇ ਬਈ ਉਹ ਜੋ ਨਿਕਲੀ ਕੋਈ ਮਜ਼ਦੂਰੀ ਵਾਸਤੇ ਕੋਈ ਤਾਲੀਮ ਵਾਸਤੇ ਉਹਨਾਂ ਉਹ ਹਾਲ ਹੀ ਉਹ ਪਿੱਛਾ ਲਾ ਲੈਣਾ ਚਾਹੁੰਦੇ ਨੇ ਕੁਝ। ਹਾਲਾਂਕਿ ਇਸਲਾਮ ਦੇ ਵਿੱਚ ਇਹ ਕਨਸੈਪਟ ਹੈ ਵੀ ਨਹੀਂ। ਇਸਲਾਮ ਦੇ ਵਿੱਚ ਤਾਂ ਇਹ ਹੈ ਕਿ ਆਪ ਜੰਗ ਕਾਦਸੀ ਆਏ ਹੋਰ ਜੰਗਾਂ ਹੈ ਜਿਨ੍ਹਾਂ ਦੇ ਵਿੱਚ ਮਤਲਬ ਖਵਾਤੀਨ ਔਰਤਾਂ ਉਸ ਵਕਤ ਦੀਆਂ ਸ਼ਾਮਿਲ ਹੋਈਆਂ। ਪਰਦੇ ਦਾ ਇਹ ਹੈ ਕਿ ਗੈਰ ਮਹਰਮ ਤੂੰ ਇੱਕ ਫਾਸਲੇ 'ਤੇ ਰਹਿਣਾ ਚਾਹੀਦਾ। ਹੁਣ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਘਰੋਂ ਨਿਕਲੇ ਨਹੀਂ ਜਾਂ ਐਜੂਕੇਸ਼ਨ ਹੀ ਨਹੀਂ ਹਾਸਿਲ ਕਰ ਸਕਦੀਆਂ। ਜਿਸ ਤੱਕ ਹੈ ਨਬਾਦ ਤਾਲੁਕ ਤਾਂ ਮਤਲਬ ਇਸ ਬਾਰੇ ਇਤਨਾ ਇਸ ਤੂੰ ਨਹੀਂ ਸਕਦੇ ਜੋ ਸਾਡੇ ਕੋਲ ਸਾਲਾਂ ਦੇ ਨਹੀਂ ਬੇਕਾਇ ਮੌਲਵੀ ਵਾਲੀ ਕਿਉਂਕਿ ਹੁਣ ਇਹ ਹਾਈਜੈਕ ਕਰ ਲੈ ਗਏ ਨਾ ਹਰ ਮਜ਼ਹਬ। ਜਿਸ ਤਰ੍ਹਾਂ ਪਹਿਲੇ ਈਸਾਈਅਤ ਜਦੋਂ ਵੀ ਕਰ ਲਈ ਗਈ ਆ ਹੁਣ ਸਾਡਾ ਮਜ਼ਹਬ ਵੀ ਹਾਈਜੈਕ ਕੇ ਤੂੰ ਆਮ ਬੰਦਾ ਗੱਲ ਕਰੇ ਤੂੰ ਮੁਫਤ ਪੈਂਦਾ ਮੁਫਤਕ। ਲੇਕਿਨ ਜਮਾਤ ਦੇ ਵਿੱਚ ਹੀ ਅਲੱਗਾ ਖਲੋ ਕੇ ਤੇ ਸ਼ਾਮਿਲ ਹੋਈਆਂ ਖਵਾਤੀਨ ਅੱਜ ਵੀ ਹੁੰਦੀਆਂ ਹਨ। ਅੱਜ ਜੁਮੇ ਪੜ੍ਹਨ ਬੈਠੇ ਆ ਤਾਂ ਉੱਥੇ ਇਹ ਕਰਦਾ ਉਹਨਾਂ ਦਾ ਨਾਲ ਬਣਿਆ ਸਿਸਟਮ। ਸਾਡਾ ਇਹ ਰਿਹਾ ਬਈ ਇਹ ਪਹਿਲੀ ਵਾਰੀ ਜਿਹੜਾ ਇਹ ਕੰਮ ਹੋਇਆ ਹਾਂ ਨਾ ਉੱਥੇ ਜਿਵੇਂ ਵਾਂਗ ਕੰਟਰੋਲ ਲਾ ਲਿਆ ਨੇ ਉੱਥੋਂ ਦਾ ਸਾਰਾ ਪਤਾ ਹੀ ਹੈ ਨੇ ਬਈ ਦਿਆ ਕੰਮ ਹੋ ਰਿਹਾ ਇੱਥੇ ਇਹਨਾਂ ਦੇ ਕੈਂਪੇਨ ਇੰਡੀਆ ਦੀ ਸਪੋਰਟ ਨਾਲ ਉਹਨਾਂ ਦੇ ਪੈਸਿਆਂ ਨਾਲ ਉਹਨਾਂ ਤੋਂ ਉੱਥੇ ਬਣਾਇਆ ਹੋਈ ਇੱਕ ਜੂ ਉਹਨਾਂ ਨੂੰ ਮੁਲਕ ਨੂੰ ਨਾ ਕਿ ਅੱਗਾ ਲਾਇਆ ਜਾਵਣਾ ਬਈ ਇੱਥੇ ਉਹ ਜਿਹੜੇ ਤਕਰੀਬਕਾਰ ਹਨ ਪੂਰੀ ਦੁਨੀਆ ਵਾਸਤੇ ਉਹ ਖਤਰਾ ਹਨ। ਕਈ ਨੂੰ ਕਿਦਾਈ ਕੋਈ ਇਸਤੇਮਾਲ ਕਰ ਰਿਹਾ ਪੈਸੇ ਪੂਸੇ ਦੇ ਕੇ ਕਈ ਤਨਜ਼ੀਮ ਨੂੰ ਕਿਦਾਈ ਦਾਇਸ਼ ਹੋ ਗਈ ਉਹ ਪੂਰੀ ਦੁਨੀਆ 'ਤੇ ਹਰ ਕਈ ਦੇ ਮੁਖਾਲਿਫ ਹਨ। ਬਲਕਿ ਉਹਨਾਂ ਦੇ ਵਿੱਚ ਮੁੜ ਰਲਦੇ ਗਏ ਇਹ ਅਫਗਾਨ ਵੀ ਹੁਣ ਇਸ ਲਈ ਯੂਰਪ ਜਾਂ ਹਬਦਾ ਇਹ ਤਾਸ ਹੋ ਰਹੇ ਬਈ ਜਿੱਥੇ ਅਫਗਾਨ ਹੀ ਨੇ ਇਹਨਾਂ ਨੂੰ ਇੱਥੋਂ ਕੱਢੋ ਵਰਨਾ ਇੱਥੇ ਇਹਨਾਂ ਦੀ ਲੜਾਈਆਂ ਗਤਨੀਆਂ ਤੇ ਤਕਰੀਬਕਾਰੀਆਂ ਕਰਨੀਆਂ। ਮਤਲਬ ਗੱਲ ਦਾ ਇਹ ਕਿ ਇਹ ਉਹਨਾਂ ਨੂੰ ਫੇਸ ਕਰ ਵੀ ਕੋਈ ਨਹੀਂ ਸਕਦੇ ਅਫਗਾਨ। ਕੋਈ ਦਿਹਾੜੇ ਚੁੱਪ ਰਾਸੀ ਉਹ ਇਸ ਤਰ੍ਹਾਂ ਸੀ ਕਿ ਉਹਨਾਂ ਨੂੰ ਪਤਾ ਹੈ ਹੁਣ ਪਾਕਿਸਤਾਨੀ ਫੌਜ ਸਾਡੇ ਕੈਂਪ ਹੀ ਵੇਖ ਲੈਣ ਅਸਾਂ ਪਾਦੀ ਲੜ ਕੇ ਤੇ ਵੇਖ ਲੈ ਕੀ ਉਹਨਾਂ ਲੜਨਾ ਲਾਦਾ ਨਹੀਂ ਤੱਗੇ ਇਹਨਾਂ ਅਖੀਰ ਕਰ ਦਿੱਤਾ ਪਾਕ ਫੌਜ ਉਹ ਜਿਹੜੇ ਉੜ ਗਿਆ ਜਾਣ ਕਿ ਖੌਫ ਤਾਰੀਆ ਉਹ ਜੀ ਇਹਦੇ ਜੰਗ ਅਸਾਂ ਛੇੜੀ ਤਾਂ ਮੁੜ ਇਧਰਲੀ ਸਰਹੱਦ ਉਹ ਉਧਲੇ ਨਹੀਂ ਹਲਦੇ ਮੋਦੀ ਉਹਨਾਂ ਦੀ ਬਸ ਹੋਈ ਪਈ। ਰਹਿ ਗਈ ਗੱਲ ਇਹ ਕਿ ਜੇ ਪਕੇਤ ਦੀ ਕੋਈ ਗੱਲ ਹੋਵੇ ਤੇ ਇਸ ਗੱਲ ਨੂੰ ਛਿੱਕੇ ਜਿਹੜਾ 25 ਆਪਣਾ ਅਕਤੂਬਰ ਨੂੰ ਮੁੜ ਇਕੱਠ ਹੁੰਦਾ ਪਿਆ ਦੋਹਾ ਦੇ ਵਿੱਚ ਉਹ ਚਲੋ ਕੋਈ ਨਾ ਛੋਦੇ ਤੇ ਇਤਰਾਜ਼ ਉਹਨਾਂ ਤੇ ਇੱਕ ਇਹ ਬੜਾ ਇੱਕ ਆਪਣਾ ਦੇਰਾ ਲਾ ਲਿਓ ਬਈ ਕੋਈ ਆਵੇ ਉੱਥੇ ਉਹ ਗੱਲ ਕਰਨ ਬੈ ਕੇ ਉਹਨਾਂ ਦੀ ਖਿਦਮਤ ਕੀਤੀ ਅਮੀਰ ਕਤਰ ਕਰੇ ਤਾਂ ਸਾਰਾ ਕੁਝ ਮੇਜ਼ਬਾਨੀ ਕਰਦਾ ਜਿਹੜਾ ਉਹਨਾਂ ਦੀ ਮੁੱਕ ਜਾਵੇ ਉਸ 'ਤੇ ਅਮਲ ਹੋਵੇ ਤਾਂ ਹੋਵੇ ਨਾ ਹੋਵੇ ਤਾਂ ਕਰਾ ਨਹੀਂ ਸਕਦਾ ਕਈ ਇਹ ਪਾਵਰ ਤਾਂ ਉਹ ਕੋਈ ਨਹੀਂ। ਬਹਰਾਲ ਉਹ ਅੱਛਾ ਹੀ ਕਰ ਰਿਹਾ ਲੇਕਿਨ ਅਸਾਂ ਇਹ ਗੱਲ ਕਰਦੇ ਹਾਂ ਵੀ ਜਿਹੜਾ 5 ਨੂੰ ਸ਼ੁਰੂ ਹੈ 2-3 ਦਿਹਾੜੇ ਇਹ ਮੋੜ ਉਹ ਮਤਲਬ ਬਣਿਆ ਰਹਿਣਾ ਹੈ ਮਾਹੌਲ ਮਜ਼ਾਕਰਾਤ ਦਾ ਤੋ ਸਾਡੇ ਭਰਾ ਬਣੇ ਤਾਂ ਅਸਾਂ ਤਾਂ ਅੱਜ ਹੀ ਉਹਨਾਂ ਨੂੰ ਬੁਲਾਵਣ ਨੂੰ ਕਰ ਲਿਆ। ਕਈ ਵਾਰੀ ਮਜ਼ਾਕਰਾਤ ਹੀ ਹੋਏ ਸੈਂਕੜਾ ਬਾਰ ਹੋਏ ਉਹਨਾਂ ਦੀ ਮਿਹਨਤ ਮਾਜਰੇ ਕੀਤੇ ਗਏ ਇਹ ਉਹ ਲਾਣਾ ਇਹਨਾਂ ਨੇ ਜਿਹੜਾ ਹੁਣ ਦੁਨੀਆ ਦੇ ਅੱਗੂ ਇਸ ਲੈ ਚੁੱਕਾ ਜੇ ਕੁਝ ਬਈ ਤਾਂ ਉਹ ਬੇਗੁਨਾਹਾਂ ਨੂੰ ਜਾਂ ਸ਼ੁੱਧ ਆਪਣਾ ਖਵਾਤੀਨ ਬੱਚਿਆਂ ਨੂੰ ਤੇ ਮਰਦਾਂ ਨੂੰ ਮਾਰਨ ਜੋਗੇ ਹਨ ਜਿਹੜੇ ਗੈਰ ਮੁਨੱਜ਼ਮ ਇਧਰ ਮਾਰ ਛੋੜਿਆ ਮਸੀਤਾਂ ਮਾਰ ਛੋੜੇ ਫੌਜਾਂ ਨੂੰ ਤੇ ਕੋਈ ਤੱਕੇ ਨਹੀਂ ਕੁਝ ਪਹਿਲੀ ਵਾਰੀ ਇਹ ਹੱਥ ਵਿਖਾਇਆ ਫੌਜ ਨੇ। ਇਸ ਲਈ ਸਾਡੇ ਆਪਣਾ ਜਿਹੜਾ ਖਿੱਤਾ ਹੈ ਨਾ ਇਸ ਖਿੱਤੇ ਦੇ ਵਿੱਚ ਇਨਸ਼ਾ ਅੱਲਾਹ ਤਾਲਾ ਪਾਕਿਸਤਾਨੀ ਫੌਜ ਦਾ ਮੁਕਾਬਲਾ ਕੋਈ ਨਹੀਂ। ਸਭ ਤੋਂ ਵੱਡਾ ਤਾਂ ਇਹ ਹਵਾ ਬਣਿਆ ਨਾ ਇੰਡੀਆ
ਜਿਹਨੂੰ ਇਹ ਆਪਣਾ ਆਕਾ ਸਮਝਦੇ ਨੇ ਅਫਗਾਨਿਸਤਾਨ ਵਾਲੇ। ਅੱਛਾ, ਉਸ ਨਾਲ ਜਿਹੜੀ ਕਾਰ ਹੋਈ ਹੈ ਕਿ ਚੰਦ ਘੰਟੇ ਉਹਦੇ ਨਾਲ ਉਹ ਹੋਈ ਹੈ ਕਿ ਮੂੰਹ ਨਹੀਂ ਵਿਖਾ ਸਕਦਾ ਜਾਂ ਹੁਣ ਉਲਰ ਕੇ ਐਸੀ ਨਹੀਂ ਕਰ ਸਕਦਾ। ਤਾਂ ਉਹ ਅੱਜ ਹੀ ਸਾਡੇ ਵਿਰਾ ਬਣੇ ਤਾਂ ਇਹ ਹੈ ਕਿ ਉਹਨਾਂ ਦੇ ਨਾਲ ਕੋਈ ਐਸਾ ਮੁਆਦਾ ਹੋਵੇ ਭਈ ਇਹ ਜਿਹੜਾ ਕੰਮ ਹੈ ਹੁਣੇ ਸ਼ੁਰੂ ਹੋ ਜਾਵੇ, ਬੰਦੇ ਜਿਹੜੇ ਉਹ ਉੱਥੇ ਬੈਠੇ ਸਾਡੇ ਹਵਾਲੇ ਕਰੋ। ਸਾਡੇ ਉਹ ਮੁਲਕ ਦੇ ਮੈਨੂੰ ਨਾ ਹਜ਼ਾਰਾਂ ਬੰਦੇ ਮਾਰੇ ਪੂਰਾ ਘੁਸ ਕੇ ਆਪਣਾ ਐਸੇ 'ਚ ਆਪਣਾ ਸਾਡਾ ਸੂਬਾ ਜਿਹੜਾ ਹੈ ਫਰੰਟੀਅਰ ਇਹਦੇ ਵਿੱਚ ਬਲੋਚਿਸਤਾਨ ਸ਼ਵਾਇਦਨ ਜੇ BLA ਤਾਂ ਉਹਦੇ ਉਹ ਜਾਂ ਫਿਰ ਐਕਸਪ੍ਰੈਸ ਵਾਲਾ ਲਾ ਲਓ ਕਈ ਵਾਕਿਆਤ ਉਹਨਾਂ ਕੀਤੇ ਸਾਰੇ ਨਿਸ਼ਾਨਦੇਹੀ ਮਾਸਟਰ ਮਾਈਂਡ ਉੱਥੇ ਬੈਠੇ ਸਾਰਾ ਕੁਝ ਬਹਾਰ ਪੱਕੇ ਇਤਨਾ ਕਰੇ ਤਾਂ ਠੀਕ ਹੈ, ਜੇ ਨਹੀਂ ਤਾਂ ਇਹ ਨਿਤ ਜੰਗਾਂ ਸ਼ੁਰੂ ਕੇ ਨਹੀਂ ਰਹਿੰਦੀਆਂ। ਕੌਮ ਦਾ ਇਹ ਪੂਰਾ ਮਤਾਲਬਾ ਹੈ ਕਿ ਇਸ ਵਾਰੀ ਇਹ ਸਾਰੇ ਬੰਦਿਆਂ ਨੂੰ ਉੱਥੋਂ ਆਪ ਵਿੱਚ ਹੋ ਕੇ ਤੇ ਫੱਦੇ ਜਿਹਦਾ ਵੜ ਤੋਂ ਹੀ ਗਏ, ਨਿਤ ਜੰਗਾਂ ਨਹੀਂ ਹੁੰਦੀ। ਵਸਲਾਮ।